ਲੋਕਰਾਣੀ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਮੌਜੂਦ ਨੇ। ਨਵਜੋਤ ਸਿੱਧੂ ਦੇ ਉੱਤੇ ਗੱਲਬਾਤ ਕਰਾਂਗੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਵੱਡਾ ਮੁੱਦਾ ਕੀ ਹੈ, ਪੰਜਾਬ ਦੀ ਪੰਜਾਬੀਅਤ ਨੂੰ ਲੈ ਕੇ ਹੈ ਜਾਂ ਫਿਰ ਨਵਜੋਤ ਸਿੰਘ ਸਿੱਧੂ ਹੈ। ਕਿਉਂਕਿ ਕੈਪਟਨ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਤੇ ਉਸ ਸਭ ਦੇ ਉੱਤੇ ਕੈਪਟਨ ਸਾਹਿਬ ਜਿਸ ਢੰਗ ਦੇ ਨਾਲ ਬਿਆਨਬਾਜ਼ੀ ਕੈਪਟਨ ਸਾਹਿਬ ਦਾ ਸਾਹਮਣੇ ਆਇਆ ਬਿਆਨ ਕਿ ਸਿੱਧੂ ਚਾਹੁਣ ਤਾਂ ਉਹਨਾਂ ਦੀ ਕੁਰਸੀ ਵੀ ਲੈ ਸਕਦੇ ਨੇ, ਹਾਲਾਂਕਿ ਮਜ਼ਾਕੀਆ ਲਹਿਜੇ ਦੇ ਵਿੱਚ ਕਿਹਾ। ਪਰ ਪਿਛਲੇ ਕੁਝ ਸਮੇਂ ਤੋਂ ਜਿਵੇਂ ਸਿੱਧੂ ਸਾਹਿਬ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਤਾਂ ਹੀ ਸ਼ਾਇਦ ਪੰਜਾਬ ਦਾ ਭਲਾ ਹੋ ਸਕਦਾ, ਉਸ ਉੱਤੇ ਗੱਲਬਾਤ ਕਰਾਂਗੇ। ਸਿੱਧੂ ਨੇ ਪਿੱਛੇ ਕੀ ਕੀਤਾ, ਅੱਗੇ ਕੀ ਕੀਤਾ ਜਾ ਸਕਦਾ, ਉਸ ਉੱਤੇ। ਕੁਲਵੰਤ ਸਿੰਘ ਜੀ, ਸਵਾਗਤ ਹੈ ਤੁਹਾਡਾ ਲੋਕਰਾਣੀ ਤੇ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੁਲਵੰਤ ਸਿੰਘ ਜੀ, ਕਿੱਦਾਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦੇ, ਜੇ ਆਪਾਂ ਪਿਛੋਕੜ ਤੋਂ ਪਿੱਛੋਂ ਦੀ ਝਾਤ ਮਾਰਨੀ ਸ਼ੁਰੂ ਕਰੀਏ ਤਾਂ ਹੁਣ ਤੱਕ ਤੁਸੀਂ ਕਿੱਦਾਂ ਸਮਝਦੇ ਹੋ ਕਿ ਸਿੱਧੂ ਦੀ ਸਿਆਸਤ ਕਿਸ ਤਰ੍ਹਾਂ ਦੀ ਰਹੀ ਹੈ? ਦੇਖੋ ਸੁਖਵਿੰਦਰ ਜੀ, ਨਵਜੋਤ ਸਿੰਘ ਸਿੱਧੂ ਦਾ ਅਗਰ ਆਪਾਂ ਪਿਛੋਕੜ ਦੀ ਤੁਸੀਂ ਗੱਲ ਕੀਤੀ ਹੈ, ਨਵਜੋਤ ਸਿੰਘ ਸਿੱਧੂ ਜਦੋਂ ਕ੍ਰਿਕਟ ਖੇਡਿਆ ਕਰਦੇ ਸਨ ਤਾਂ ਜੇ ਆਪਾਂ ਉਸ ਵੇਲੇ ਦੀ ਗੱਲ ਦੀ ਸ਼ੁਰੂਆਤ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕੈਰੀਅਰ ਹੈ, ਕ੍ਰਿਕਟ ਦਾ ਜਿਹੜਾ ਕੈਰੀਅਰ ਹੈ, ਉਹ ਵੀ ਇੱਕ ਵਿਵਾਦ ਦੇ ਵਿੱਚ ਖਤਮ ਹੋਇਆ ਸੀ। ਮੁਹੰਮਦ ਅਜ਼ਹਰੁੱਦੀਨ ਟੀਮ ਦੇ ਕਪਤਾਨ ਸੀਗੇ, ਉਹਨਾਂ ਨਾਲ ਕੋਈ ਝਗੜਾ ਹੋਇਆ ਉਹਨਾਂ ਦਾ, ਤੇ ਉਹ ਝਗੜੇ ਤੋਂ ਬਾਅਦ ਉਹਨਾਂ ਨੇ ਝਗੜੇ ਨੂੰ ਨਸ਼ਰ ਨਹੀਂ ਕੀਤਾ ਕਿਸੇ ਅੱਗੇ ਅੱਜ ਤੱਕ ਵੀ, ਪਰ ਉਹਨਾਂ ਨੇ ਕੈਰੀਅਰ ਛੱਡਤਾ ਵਿੱਚ ਹੀ। ਜਿਹੜਾ ਇੰਗਲੈਂਡ ਦਾ ਦੌਰਾ ਉਹ ਵਿੱਚ ਹੀ ਛੱਡ ਕੇ ਆ ਗਏ ਸੀ ਤੇ ਕੈਰੀਅਰ ਉਹਨਾਂ ਨੇ ਸੰਨਿਆਸ ਲੈ ਲਿਆ ਸੀ। ਉਸ ਤੋਂ ਬਾਅਦ ਉਹ ਕਮੈਂਟਰੀ ਦੇ ਖੇਤਰ ਦੇ ਵਿੱਚ ਆ ਗਏ। ਕਮੈਂਟਰੀ ਦੇ ਵਿੱਚ ਵੀ ਉਹਨਾਂ ਨੇ ਪੂਰੀਆਂ ਜਿਹੜੀਆਂ ਉਚਾਈਆਂ ਹਾਸਲ ਕੀਤੀਆਂ, ਪੂਰਾ ਜ਼ਬਰਦਸਤ ਜਿਹੜੇ ਤਰੀਕੇ ਨਾਲ ਜਿਹੜਾ ਲੋਕਾਂ ਦੇ ਤੱਕ ਆਪਣੀ ਗੱਲ ਪਹੁੰਚਾਈ, ਤੇ ਉਹਨਾਂ ਦੇ ਲੋਕ ਇੰਨੇ ਕੁ ਫੈਨ ਹੋ ਗਏ ਕਿ ਕਮੈਂਟਰੀ ਦੇ ਵਿੱਚ ਵੀ ਉਹਨਾਂ ਦੀ ਹਰ ਚੈਨਲ ਦੇ ਵਿੱਚ ਵੀ ਡਿਮਾਂਡ ਆਉਣ ਲੱਗੀ ਤੇ ਜਿਹੜੇ ਕ੍ਰਿਕਟ ਦੀ ਕਮੈਂਟਰੀ ਦੇ ਵਿੱਚ ਵੀ ਉਹਨਾਂ ਦਾ ਬੋਲਬਾਲਾ ਰਿਹਾ। ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਿਆਸਤ 'ਚ ਪੈਰ ਧਰਿਆ ਤਾਂ ਫਿਰ ਸਿਆਸਤ ਦੇ ਵਿੱਚ ਵੀ ਉਹਨਾਂ ਨੇ ਪੂਰੀ ਜਿਹੜੀ ਆ ਉਹ ਧਾਕ ਜਮਾਈ। MP ਵੀ ਰਹੇ, MLA ਵੀ ਰਹੇ, ਮੰਤਰੀ ਵੀ ਰਹੇ। ਅਕਾਲੀ ਦਲ ਦੇ ਵਿੱਚ ਵੀ ਉਹਨਾਂ ਨੇ ਆਪਣਾ ਪੂਰਾ ਜਿਹੜਾ ਬੋਲਬਾਲਾ ਰੱਖਿਆ, ਜਦੋਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀਗੇ। ਮੁੱਦਾ ਅਜਿਹੇ ਚੱਕਦੇ ਸੀਗੇ ਜਿਹਦੇ ਨਾਲ ਜਿਹੜੇ ਲੋਕਾਂ ਦੇ ਹਿੱਤ ਜੁੜੇ ਹੁੰਦੇ ਸੀਗੇ, ਇਸ ਲਈ ਉਹਨਾਂ ਨੂੰ ਆਪਣਿਆਂ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਰਾਜ ਸਭਾ ਸੀਟ ਜਿਹੜੀ ਉਹਨਾਂ ਨੂੰ ਛੱਡਣੀ ਪਈ, ਕਿਉਂਕਿ ਜਿਹੜਾ ਉਹਨਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿੰਦਿਆਂ ਉਹ ਆਪਣੇ ਆਪ ਨੂੰ ਬੰਨਿਆ ਹੋਇਆ ਮਹਿਸੂਸ ਕਰ ਰਹੇ ਸੀ, ਕਿਉਂਕਿ ਕੇਂਦਰੀ ਜਿਹੜੀ ਲੀਡਰਸ਼ਿਪ ਸੀ ਉਹਨਾਂ ਦੀ, ਉਹ ਕੇਂਦਰੀ ਲੀਡਰਸ਼ਿਪ ਉਹਨਾਂ ਦਾ ਸਾਥ ਨਹੀਂ ਦੇ ਰਹੀ ਸੀ। ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਸੀ ਅਕਾਲੀ ਦਲ ਦੇ ਜਿਹੜੀ ਭਾਈਵਾਲ ਹੋਣ ਕਰਕੇ, ਤੇ ਪੰਜਾਬ ਦੇ ਵਿੱਚ ਉਹਨਾਂ ਦੀ ਅਕਾਲੀ ਚੱਲਣ ਨਹੀਂ ਸੀ ਦੇ ਰਹੇ। ਕਾਫੀ ਖਿੱਚੋਤਾਣ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਮੇਰਾ ਇੱਥੇ ਦਮ ਘੁੱਟਣ ਲੱਗ ਗਿਆ, ਤੇ ਉਹ ਫਿਰ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਦਾ ਵੀ ਸਾਥ ਛੱਡ ਕੇ ਜਿਹੜੇ ਉਹ ਇੱਕ ਪਾਸੇ ਹੋ ਗਏ। ਉਸ ਤੋਂ ਬਾਅਦ ਫਿਰ ਅਗਰ ਦੇਖਿਆ ਜਾਵੇ ਨਾਲ ਜਿਹੜਾ ਅਗਰ ਕਮੇਡੀ ਦੇ ਖੇਤਰ ਦੇ ਵਿੱਚ ਜਦੋਂ ਉਹ ਕਪਿਲ ਦੇ ਸ਼ੋਅ ਦੇ ਵਿੱਚ ਆਏ ਤਾਂ ਉੱਥੇ ਵੀ ਪੂਰੀਆਂ ਉਚਾਈਆਂ ਹਾਸਲ ਕੀਤੀਆਂ, ਪੂਰੇ ਜ਼ਬਰਦਸਤ ਤਰੀਕੇ ਨਾਲ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ। ਫਿਰ ਉਹ 2017 ਦੀਆਂ ਚੋਣਾਂ ਦੌਰਾਨ ਜਿਹੜਾ ਉਹਨਾਂ ਨੇ ਕਾਂਗਰਸ ਦੇ ਵਿੱਚ ਜਿਹੜੀ ਐਂਟਰੀ ਜਿਹੜੀ ਹੈ ਸਿੱਧੀ ਐਂਟਰੀ ਮਾਰੀ, ਉਹ ਵੀ ਜਿਹੜੀ ਆ ਉਹ ਕੈਪਟਨ ਦੇ ਥਰੂ ਨਹੀਂ ਮਾਰੀ। ਪੰਜਾਬ ਦੇ ਕੈਪਟਨ ਜਿਹੜੇ ਸੀਗੇ ਉਹ ਕਾਂਗਰਸ ਦੇ ਕੈਪਟਨ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੀਗੇ, ਪਰ ਇਹਨਾਂ ਦੇ ਥਰੂ ਨਹੀਂ ਉਹਨਾਂ ਨੇ ਐਂਟਰੀ ਕੀਤੀ। ਉਹਨਾਂ ਨੇ ਸਿੱਧੇ ਪ੍ਰਸ਼ਾਂਤ ਕਿਸ਼ੋਰ, ਜੋ ਕਿ ਸੁਣਨ ਚ ਆ ਰਿਹਾ ਪ੍ਰਸ਼ਾਂਤ ਕਿਸ਼ੋਰ ਦੇ ਰਸਤੇ ਜਿਹੜਾ ਉਹਨਾਂ ਨੇ ਉੱਥੇ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਦੇ ਥਰੂ ਜਿਹੜਾ ਉਹਨਾਂ ਨੇ ਕਾਂਗਰਸ ਦੇ ਵਿੱਚ ਜਿਹੜਾ ਸ਼ਮੂਲੀਅਤ ਕੀਤੀ। ਇਹ ਚੀਜ਼ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਪੰਜਾਬ ਦੇ ਵਿੱਚ ਪਸੰਦ ਨਹੀਂ ਆਈ ਸ਼ੁਰੂ। ਹਾਲਾਂਕਿ ਅਗਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸ਼ੁਰੂ ਦੇ ਬਿਆਨ ਅਗਰ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਲਿਆਉਣ ਬਾਰੇ ਗੱਲਾਂ ਆਈਆਂ ਸੀਗੀਆਂ ਸਾਹਮਣੇ, ਤਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵਿਰੋਧ ਕੀਤਾ ਸੀ ਇਸ ਚੀਜ਼ ਦਾ, ਵੀ ਇਹਨਾਂ ਦਾ ਕੀ ਕੰਮ ਹੈ, ਉੱਥੇ ਬੈਠੇ ਹੱਸੀ ਜਾਂਦੇ ਨੇ ਉਹਦੇ 'ਚ ਸ਼ੋਅ ਦੇ ਵਿੱਚ। ਤੇ ਜਦੋਂ ਉਹ ਸ਼ਾਮਲ ਹੋ ਗਏ, ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦਾ ਆਪਣਾ ਇੱਕ ਸਟਾਈਲ ਸੀਗਾ ਬੋਲਣ ਦਾ, ਆਪਣੇ ਸਟਾਰ ਪ੍ਰਚਾਰਕ ਰਹੇ ਨੇ ਉਹ ਬੋਲਣ ਦਾ। ਉਹਨਾਂ ਦੇ ਕੋਲ ਸ਼ਬਦਾਵਲੀ ਬੜੀ ਜ਼ਬਰਦਸਤ ਹੈਗੀ, ਉਹਨਾਂ ਕੋਲ ਵੋਕੈਬਲਰੀ ਬੜੀ ਜ਼ਬਰਦਸਤ ਹੈਗੀ ਹੈ। ਤਾਂ ਉਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਪਸੰਦ ਆਈਆਂ, ਮੁੱਦੇ ਵੀ ਜਿਹੜੇ ਲੋਕਾਂ ਨਾਲ ਜੁੜੇ ਹੋਏ ਚੱਕੇ। ਚੋਣਾਂ ਦੇ ਵਿੱਚ ਜਿਹੜੀ ਬੜੀ ਜ਼ਬਰਦਸਤ ਜਿੱਤ ਹੋਈ, 77 ਸੀਟਾਂ ਆ ਗਈਆਂ ਕਾਂਗਰਸ ਨੂੰ ਜਿਹੜਾ 2017 ਦੀਆਂ। ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਕਿ 2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਉਹਨਾਂ ਨੂੰ ਦਿੱਤਾ ਜਾਏਗਾ। ਮੈਂ ਇਸੇ ਸਵਾਲ ਤੇ ਆਉਣ ਵਾਲਾ ਸੀ ਕਿ ਸਿੱਧੂ ਦੇ ਨਾਲ ਕੋਈ ਵਾਅਦਾ ਹੋਇਆ ਸੀ ਉਪ ਮੁੱਖ ਮੰਤਰੀ ਦੀ ਕੁਰਸੀ ਦਾ, ਜਾਂ ਫਿਰ ਇਹ ਬਾਅਦ ਦੇ ਵਿੱਚ ਉਦਾਂ ਹੀ ਰੌਲਾ ਰੱਪਾ ਪੈ ਗਿਆ ਕਿ ਸਿੱਧੂ ਦਾ ਕੱਦ ਹੀ ਇੰਨਾ ਵੱਡਾ ਉੱਚਾ ਕਿ ਉਹਨੂੰ ਵੱਡੀ ਕੁਰਸੀ ਹੋਣੀ ਚਾਹੀਦੀ ਹੈ? ਦੇਖੋ, ਇਸ ਚੀਜ਼ ਦਾ ਹਾਲੇ ਤੱਕ ਸਪਸ਼ਟਤਾ ਕੁਝ ਨਹੀਂ ਹੋਇਆ ਕਿ ਉਹਨਾਂ ਨੂੰ ਦਿੱਤਾ ਗਿਆ ਸੀ ਉਹਦਾ ਆਪਣਾ ਵਾਅਦਾ ਕੀਤਾ ਗਿਆ ਸੀ ਜਾਂ ਨਹੀਂ ਕੀਤਾ ਗਿਆ ਸੀ, ਲੇਕਿਨ ਉਹਨਾਂ ਦਾ ਕੱਦ ਏਡਾ ਕੁ ਵੱਡਾ ਸੀ। ਅੰਤਰਰਾਸ਼ਟਰੀ ਪੱਧਰ ਤੇ ਉਹ ਖਿਡਾਰੀ ਰਹੇ ਨੇ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਗਰ ਜੇ ਤੁਸੀਂ ਉਹਨੂੰ ਦੇਖਿਆ ਜਾਵੇ, ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਨੇ,
ਉਹਨਾਂ ਦਾ ਵੀ ਜੇਕਰ ਇੱਕ ਬਿਆਨ ਨੂੰ ਅਗਰ ਆਪਾਂ ਧਿਆਨ ਦਈਏ ਤਾਂ ਉਹ ਵੀ ਇਹ ਕਹਿੰਦੇ ਨੇ ਵੀ ਜੇਕਰ ਤੁਸੀਂ ਸਿੱਧੂ ਜੇ ਪੰਜਾਬ ਦੇ ਉੱਥੇ ਦੇ ਪੰਜਾਬ ਦੇ ਵਿੱਚ ਵੀ ਆ ਕੇ ਚੋਣਾਂ ਲੜਨ ਨਾ ਪਾਕਿਸਤਾਨ 'ਚ ਵੀ ਤੇ ਉੱਥੇ ਵੀ ਜਿੱਤ ਜਾਣਗੇ। ਯਾਨੀ ਕਿ ਅਗਰ ਦੇਖਿਆ ਜਾਵੇ ਤਾਂ ਸਿੱਧੂ ਦਾ ਕੱਦ ਜਿਹੜਾ ਉਹ ਇੰਨਾ ਕੁ ਵੱਡਾ ਹੈ ਕਿ ਉਹਨਾਂ ਲਈ ਇਹ ਆਪਣੇ ਆਪ ਹੀ ਸਮਝਣ ਜਾਣ ਲੱਗ ਪਿਆ ਸੀ ਲੋਕਾਂ ਵੱਲੋਂ ਕਿ ਇਹਨਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਤਾਂ ਘੱਟੋ ਘੱਟ ਮਿਲੇਗਾ ਹੀ ਮਿਲੇਗਾ। ਲੇਕਿਨ ਜਦੋਂ ਚੋਣਾਂ ਹੋਈਆਂ ਤਾਂ ਉਹ ਉਪ ਮੁੱਖ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ ਉਹਨਾਂ ਨੂੰ, ਸਥਾਨਕ ਸਰਕਾਰਾਂ ਮਹਿਕਮਾ ਦਿੱਤਾ, ਇੱਕ ਦੋ ਮਹਿਕਮੇ ਉਹਨਾਂ ਕੋਲ ਹੋਰ ਵੀ ਆਏ। ਲੇਕਿਨ ਇਸ ਦੌਰਾਨ ਵੀ ਜਿਹੜਾ ਸਮੇਂ-ਸਮੇਂ ਦੇ ਉੱਤੇ ਜਿਹੜੇ ਉਹਨਾਂ ਨੇ ਮੁੱਦੇ ਚੱਕੇ, ਸੈਂਡ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ ਤੇ ਬੇਦਬੀ ਕਾਂਡ ਦੇ ਵਿੱਚ ਜੋ ਦੋਸ਼ੀ ਸੀਗੇ, ਉਹ ਹੋਰ ਬਹੁਤ ਸਾਰੇ ਏਦਾਂ ਦੇ ਮੁੱਦੇ ਜਿਹੜੇ ਉਹਨਾਂ ਨੇ ਚੱਕੇ ਤੇ ਸਮੇਂ-ਸਮੇਂ ਦੇ ਉੱਤੇ ਜਿਹੜੇ ਉਹਨਾਂ ਨੇ ਇਹ ਗੱਲਾਂ ਦੇ ਵਿੱਚ ਇਹ ਮੰਗ ਕੀਤੀ ਕਿ ਇਹ ਜਿਹੜੀ ਇਹਨਾਂ ਮੁੱਦਿਆਂ ਦਾ ਹੱਲ ਕੀਤਾ ਜਾਵੇ, ਪੰਜਾਬ ਦੀ ਜਨਤਾ ਨੂੰ ਰਾਹਤ ਦਵਾਈ ਜਾਵੇ। ਇੱਥੋਂ ਤੱਕ ਕਿ ਜਦੋਂ ਬੇਦਬੀ ਕਾਂਡ ਦੇ ਉੱਤੇ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਉੱਥੇ ਬਹਿਸ ਹੋਈ ਸੀ ਸਦਨ ਦੇ ਵਿੱਚ, ਪੰਜਾਬ ਵਿਧਾਨ ਸਭਾ ਦੇ ਵਿੱਚ, ਉੱਥੇ ਵੀ ਸਾਰਿਆਂ ਨੇ ਵੇਖਿਆ ਕਿ ਝੋਲੀਆਂ ਅੱਡ ਕੇ ਜਿਹੜਾ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਜਿਹੜਾ ਇਨਸਾਫ ਦੀ ਮੰਗ ਕੀਤੀ ਹੈ ਕਿ ਸਾਡੇ ਸਿੱਖ ਸੰਗਤ ਨੂੰ ਇਨਸਾਫ ਦਿਵਾਇਆ ਜਾਵੇ, ਜਿਹੜੇ 2 ਸਿੰਘ ਸ਼ਹੀਦ ਹੋਏ ਨੇ ਤੇ ਜੋ ਉੱਥੇ ਬੇਦਬੀਆਂ ਹੋਈਆਂ ਨੇ ਉਹਨਾਂ ਦੇ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਜਿਹੜਾ ਸਜ਼ਾਵਾਂ ਦਿੱਤੀਆਂ ਜਾਣ। ਪਰ ਉਹ ਵੀ ਜਿਹੜਾ ਉਹ ਬਾਕੀ ਦੇ ਮੁੱਦੇ ਦਾ ਕੀ ਹੱਲ ਹੋਣੇ ਸੀਗੇ, ਇੱਕ ਉਹ ਮੁੱਦਾ ਵੀ ਜਿਹੜਾ ਜਿਸ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰਿਪੋਰਟ ਵੀ ਦੇ ਦਿੱਤੀ ਸੀ, ਉਹ ਵੀ ਮੁੱਦਾ ਜਿਹੜਾ ਅਜੇ ਤੱਕ ਲਟਕਦਾ ਆ ਰਿਹਾ ਹੈ। ਮਤਲਬ ਹਰ ਵਾਰੀ ਆਪਾਂ ਐ ਮੰਨੀਏ ਕਿ ਜਿੰਨੇ ਤੁਸੀਂ ਹੁਣ ਤੱਕ ਜਿੰਨਾ ਵੀ ਦੱਸਿਆ ਕਿ ਸਿੱਧੂ ਦੇ ਪਿਛੋਕੜ ਤੋਂ ਲੈ ਕੇ ਹੁਣ ਸਿੱਧੂ ਨੂੰ ਅਣਗੌਲਿਆ ਕੀਤਾ ਗਿਆ, ਸਿਆਸਤ ਦੇ ਵਿੱਚ ਜਦੋਂ ਆਏ ਤਾਂ ਸਿੱਧੂ ਦੇ ਕੱਦ ਨੂੰ ਅਣਗੌਲਿਆ ਕੀਤਾ ਗਿਆ, ਕਿਉਂਕਿ ਡਰ ਲੱਗਦਾ ਕਿ ਕੈਪਟਨ ਸਾਹਿਬ ਨੂੰ ਵੀ ਕਿਸੇ ਢੰਗ ਦਾ ਡਰ ਹੋਣਾ ਕਿ ਕਿਤੇ ਇਹ ਨਾ ਹੋਵੇ ਕਿ ਸਿੱਧੂ ਮੇਰੀ ਕੁਰਸੀ ਇੱਥੇ ਆਲੇ ਆਉਣ ਵਾਲੇ ਟਾਈਮ ਦੇ ਵਿੱਚ ਤਬਦੀਲੀਆਂ ਤਾਂ ਹੋਣੀਆਂ, ਜਿਵੇਂ ਰਾਹੁਲ ਗਾਂਧੀ ਦੇ ਨਾਲ ਨੌਜਵਾਨ ਲੀਡਰਸ਼ਿਪ ਹੈ ਤਾਂ ਸ਼ਾਇਦ ਨੌਜਵਾਨ ਲੀਡਰਸ਼ਿਪ ਦੇ ਵਿੱਚ ਕਿਤੇ ਸਿੱਧੂ ਸਾਹਿਬ ਦਾ ਨੰਬਰ ਲੱਗ ਜਾਏ ਪੰਜਾਬ ਦੇ ਵਿੱਚ। ਇਹ ਡਰ ਕਿਤੇ ਸਹਿਮ ਕੈਪਟਨ ਸਾਹਿਬ ਦੇ ਅੰਦਰ ਰਿਹਾ ਹੋਵੇ? ਬਿਲਕੁਲ, ਅਗਰ ਤੁਸੀਂ ਦੇਖੋ ਡਰ ਦੀ ਗੱਲ ਅਗਰ ਦੇਖੀ ਜਾਵੇ ਤਾਂ ਇਹ ਉਹ ਸਮਾਂ ਯਾਦ ਕਰੋ ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਅਸਤੀਫਾ ਦੇਣ ਦੀ ਗੱਲ ਆਈ ਸੀ। ਉਸ ਤੋਂ ਪਹਿਲਾਂ ਜਦੋਂ ਚੋਣਾਂ ਹੋਈਆਂ, ਲੋਕ ਸਭਾ ਚੋਣਾਂ ਹੋਈਆਂ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਬਾਅਦ ਬਿਆਨ ਦਿੱਤਾ ਕਿ ਇਹ ਆਪਣਾ ਇਹਨਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਹੈ, ਇਹਨਾਂ ਦੀ ਕਾਰਗੁਜ਼ਾਰੀ ਕਰਕੇ ਜਿਹੜੀ ਸਾਡੀ ਸ਼ਹਿਰਾਂ ਦੇ ਵਿੱਚ ਹਾਰ ਹੋਈ ਹੈ, ਸਥਾਨਕ ਸਰਕਾਰਾਂ ਮਹਿਕਮਾ ਇਹਨਾਂ ਕੋਲ ਸੀਗਾ ਸਹੀ ਨਹੀਂ ਆਈ, ਉਹਨਾਂ ਕਰਕੇ ਸ਼ਹਿਰਾਂ ਦੇ ਵਿੱਚ ਹਾਰ ਹੋਈ ਹੈ। ਨਾਲ ਇੱਕ ਬਿਆਨ ਹੋਰ ਆਇਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਮਤਲਬ ਹਰ ਠੀਕਰਾ ਸਿੱਧੂ ਸਿਰ ਭੰਨਣ ਦੀ ਕੋਸ਼ਿਸ਼ ਕਿ ਸਿੱਧੂ ਬਦਨਾਮ ਰਹੇ। ਦੇਖੋ ਜੋ ਬਿਆਨ ਆਏ ਨੇ, ਜੋ ਹਾਲਾਤ ਨੇ, ਇੱਕ ਕਾਨੂੰਨ ਦੀ ਭਾਸ਼ਾ ਦੇ ਵਿੱਚ ਹੁੰਦਾ ਸਰਕਮਸਟੈਂਸ਼ੀਅਲ ਐਵੀਡੈਂਸ, ਹਾਲਾਤ ਤੋਂ ਪੈਦਾ ਹੋਏ ਸਬੂਤ। ਹਾਲਾਤ ਤੋਂ ਪੈਦਾ ਹੋਏ ਸਬੂਤ ਤਾਂ ਇਹੀ ਕਹਿ ਰਹੇ ਨੇ ਕਿ ਉਹਨਾਂ ਦੇ ਉੱਤੇ ਠੀਕਰਾ ਭੰਨਿਆ ਗਿਆ। ਸਿੱਧੂ ਨੇ ਖੁਦ ਵੀ ਇਹ ਕਿਹਾ ਕਿ ਮੇਰੀ ਗਲਤੀ ਦੱਸੀ ਜਾਵੇ। ਮੈਂ ਇੱਕ ਚੀਜ਼ ਨੂੰ ਉਹਨਾਂ ਨੇ ਡਿਫਾਈਨ ਕੀਤਾ, ਇੱਕ ਚੀਜ਼ ਦਾ ਉਹਨਾਂ ਨੇ ਤਰਕ ਦਿੱਤਾ ਕਿ ਮੇਰੇ ਜਦੋਂ ਮਹਿਕਮੇ ਦੇ ਵਿੱਚ ਜਦੋਂ ਮੈਂ ਮੰਤਰੀ ਸੀਗਾ ਤਾਂ ਮੈਂ ਆਹ ਕਾਰਗੁਜ਼ਾਰੀਆਂ ਦਿਖਾਈਆਂ ਨੇ, ਮੇਰੀ ਗਲਤੀ ਦੱਸੀ ਜਾਵੇ ਕਿ ਮੈਂ ਗਲਤ ਕਿੱਥੇ ਆ, ਮੇਰੇ ਇਹ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਮੇਰੇ ਤੋਂ ਮਹਿਕਮਾ ਕਿਉਂ ਲਿਆ ਜਾ ਰਿਹਾ। ਇਹ ਸਿੱਧੂ ਨੇ ਵੀ ਕਿਹਾ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਇਹ ਕਿਹਾ ਵੀ ਉਹਨਾਂ ਨੇ ਮੇਰੀ ਕੁਰਸੀ ਲੈਣਾ ਚਾਹੁੰਦੇ ਨੇ। ਤੇ ਜੇਕਰ ਆਪਾਂ ਤੁਹਾਡੇ ਵਾਲੀ ਗੱਲ ਦੇ ਉੱਤੇ ਆਈਏ ਕਿ ਨਵੀਂ ਜਿਹੜੀ ਹੈ ਪੀੜ੍ਹੀ ਨੂੰ ਸੈਕਿੰਡ ਜਿਹੜੀ ਹੈ ਲਾਈਨ ਨੂੰ ਜਿਹੜਾ ਉਹ ਅੱਗੇ ਕਰ ਰਹੇ ਨੇ, ਤਾਂ ਇਹਨੂੰ ਉਧਰ ਦੇਖੋ ਤੁਸੀਂ ਰਾਜਾ ਵੜਿੰਗ ਨੂੰ ਜਿਹੜੇ ਉਹ ਨਾ ਆਪਣਾ ਰਵਨੀਤ ਬਿੱਟੂ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਜਿਹੜਾ ਉਹਨਾਂ ਨੇ ਇਸ ਵੇਲੇ ਉਹ ਬਣਾਤਾ ਵਿਰੋਧੀ ਧਿਰ ਦਾ ਜਿਹੜਾ ਆਗੂ ਉੱਥੇ ਬਣਾਇਆ ਉਹਨਾਂ ਨੇ ਆਪਣੇ ਇਹਨਾਂ ਦਾ ਕਾਂਗਰਸ ਦਾ। ਨਵੀਂ ਜਿਹੜੀ ਹੈ ਉਹ ਜਨਰੇਸ਼ਨ ਨੂੰ ਅੱਗੇ ਲਿਆਂਦਾ ਜਾ ਰਿਹਾ। ਉੱਥੇ ਰਵਨੀਤ ਬਿੱਟੂ, ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਉਹ ਉਮੀਦਵਾਰ ਐਲਾਨਿਆ ਜਾ ਸਕਦਾ। ਇੱਕ ਵੱਡਾ ਜਿਹੜਾ ਮਾਫ ਕਰਨਾ ਇੱਕ ਵੱਡਾ ਹਊਆ ਜਿਹੜਾ ਬਣ ਕੇ ਸਿੱਧੂ ਜਿਹੜਾ ਉਹ ਸਾਹਮਣੇ ਆ ਰਹੇ ਸੀ। ਸਭ ਤੋਂ ਵੱਡੀ ਗੱਲ ਸੁਖਵਿੰਦਰ ਜੀ ਇੱਥੇ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵਿੱਚ ਕਮੀ ਕਿਤੇ ਨਜ਼ਰ ਨਹੀਂ ਆ ਰਹੀ ਜਨਤਾ ਨੂੰ। ਲੋਕਾਂ ਨੂੰ ਕਮੀ ਨਜ਼ਰ ਨਹੀਂ ਆਉਂਦੀ, ਫਿਰ ਪਾਰਟੀ ਨੂੰ ਕਮੀ ਕਿੱਥੇ ਨਜ਼ਰ ਆਉਂਦੀ ਹੈ? ਕੈਪਟਨ ਸਾਹਿਬ ਤਾਂ ਹੁਣ ਵੀ ਕਹਿ ਰਹੇ ਨੇ, ਕਹਿੰਦੇ ਮੈਂ ਤਾਂ ਭਾਰ ਵੀ ਘਟਾ ਲਿਆ। ਪਹਿਲਾਂ ਵੀ ਕੈਪਟਨ ਸਾਹਿਬ ਦੀਆਂ ਚਰਚਾਵਾਂ ਰਹੀਆਂ ਕਿ ਉਹ ਅਗਲੀਆਂ ਚੋਣਾਂ ਲੜਨਗੇ ਤੇ ਕੈਪਟਨ ਸਾਹਿਬ ਕਹਿੰਦੇ ਮੈਂ ਤਿਆਰ ਹਾਂ ਜੇ ਪੰਜਾਬ ਦੇ ਲੋਕ ਚਾਹਣਗੇ। ਕੀ ਚਾਹੀਦਾ ਨਹੀਂ ਕਿ ਇਹੋ ਜਿਹੇ ਮਾਮਲੇ ਤੇ ਸਰਵੇ ਕਰਾ ਲੈਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ, ਜੇ ਪੁੱਛਣਾ ਹੀ ਹੈ ਕਿ ਕੌਣ ਤੁਹਾਨੂੰ ਕਿਹੜਾ ਕੈਪਟਨ ਚਾਹੀਦਾ ਹੈ, ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ? ਦੇਖੋ ਏਦਾਂ ਹੈ, ਨਵਜੋਤ ਸਿੰਘ ਸਿੱਧੂ ਦੇ ਮੈਂ ਗੱਲ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਵਿੱਚ ਜਨਤਾ ਨੂੰ ਕਿਤੇ ਕਮੀ ਨਜ਼ਰ ਨਹੀਂ ਆ ਰਹੀ, ਪਰ ਸਭ ਤੋਂ ਵੱਡੀ ਕਮੀ ਹੈ ਕਿ ਉਹਨਾਂ ਦਾ ਹੇਠਲੇ ਪੱਧਰ ਦੇ ਉੱਤੇ ਜਿਹੜੇ ਆਗੂਆਂ ਦੇ ਨਾਲ ਜੁੜਾਓ ਨਹੀਂ ਹੈਗਾ ਕਿਤੇ ਵੀ। ਆਪਾਂ ਕਿਤੇ ਵੀ ਦੇਖੀਏ, ਕਿਸੇ ਵੀ ਲੀਡਰ ਨੇ ਮੁੱਖ ਮੰਤਰੀ ਬਣਨਾ ਹੈ ਜੇਕਰ, ਤਾਂ ਉਸ ਨੂੰ ਆਪਣਾ ਜਿਹੜਾ ਕੈਡਰ ਖੜਾ ਕਰਨਾ ਪਏਗਾ, ਆਪਣੇ ਨਾਲ ਐਮਐਲਏ ਜੋੜਨੇ ਪੈਣਗੇ। ਨਵਜੋਤ ਸਿੰਘ ਸਿੱਧੂ ਆਪਣੇ ਆਪ ਦੇ ਵਿੱਚ ਵੱਡਾ ਕੱਦ ਹੈ, ਲੇਕਿਨ ਉਹਨਾਂ ਦੇ ਨਾਲ ਬੰਦੇ ਕਿੰਨੇ ਨੇ, ਉਹਨਾਂ ਦੇ ਨਾਲ ਐਮਐਲਏ ਕਿੰਨੇ ਨੇ, ਵੇਖਣਾ ਇਹ ਹੋਏਗਾ। ਕਿਉਂਕਿ ਮੁੱਖ ਮੰਤਰੀ ਬਣਾਉਂਦਾ ਐਮਐਲਏ ਬਣਾਉਂਦੇ ਨੇ। ਜਦੋਂ ਤੱਕ ਉਹਨਾਂ ਦੇ ਨਾਲ ਲੋਕ ਨਹੀਂ ਮੌਜੂਦ ਹੋਣਗੇ, ਜਿਨ੍ਹਾਂ ਨੇ ਮੁੱਖ ਮੰਤਰੀ ਬਣਾਉਣਾ, ਜਿਨ੍ਹਾਂ ਦੇ ਕਹੇ ਦੇ ਉੱਤੇ ਸਾਰਾ ਸਿਸਟਮ ਚੱਲਣਾ,
ਉਦੋਂ ਤੱਕ ਜਿਹੜਾ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਮੁੱਖ ਮੰਤਰੀ ਨਹੀਂ ਬਣ ਪਾਣਗੇ। ਪਰ ਐਮਐਲਏਸ ਨੂੰ ਹਾਈ ਕਮਾਂਡ ਦੀ ਮੰਨਣੀ ਪੈਣੀ ਹੈ ਨਾ। ਜੇ ਹਾਈ ਕਮਾਂਡ ਨੇ ਕਹਿ ਦਿੱਤਾ, ਸੋਨੀਆ ਗਾਂਧੀ, ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਹੋਣੀ, ਜਿਨ੍ਹਾਂ ਦੇ ਨਾਲ ਨਵਜੋਤ ਸਿੱਧੂ ਦੀਆਂ ਕਾਫੀ ਨਜ਼ਦੀਕੀਆਂ ਨੇ, ਜੇ ਉਹਨਾਂ ਨੇ ਕਹਿ ਦਿੱਤਾ ਕਿ ਇਹ ਹੁਕਮ ਹੈ ਸਾਡੇ ਵੱਲੋਂ ਤੇ ਇਹਦੀ ਪਾਲਣਾ ਹੋਣੀ ਚਾਹੀਦੀ ਹੈ, ਤਾਂ ਫਿਰ ਤਾਂ ਨਵਜੋਤ ਸਿੱਧੂ ਨੂੰ ਮੰਨਣਾ ਪੈਣਾ। ਸੁਖਵਿੰਦਰ ਜੀ, ਤੁਸੀਂ ਇਹ ਭੁੱਲ ਰਹੇ ਹੋ ਕਿ ਹੁਣੇ ਪਿੱਛੇ ਜਿਹੜਾ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਦੇ ਖਿਲਾਫ ਵੀ ਜਿਹੜੇ ਕਈ ਵੱਡੇ ਲੀਡਰਾਂ ਨੇ ਜਿਹੜੇ ਉਹ ਵਿਰੋਧ ਕਰਤਾ। G23 ਜਾਂ 24 ਪਤਾ ਨਹੀਂ ਇਸ ਤਰ੍ਹਾਂ ਇਹਨਾਂ ਸਾਰਿਆਂ ਨੇ ਵਿਰੋਧ ਕੀਤਾ ਤੇ ਸਵਾਲ ਚੁੱਕੇ ਨੇ। ਜੇਕਰ ਲੋਕ ਹਾਈ ਕਮਾਂਡ ਦੇ ਵਿੱਚ ਬੈਠੇ ਲੋਕਾਂ ਦੇ ਖਿਲਾਫ ਸਵਾਲ ਚੁੱਕ ਸਕਦੇ ਨੇ ਤਾਂ ਇਹ ਤਾਂ ਫਿਰ ਹਲੇ ਛੋਟੇ ਲੈਵਲ ਦੇ ਉੱਤੇ ਬੈਠੇ ਨੇ, MLA ਲੈਵਲ ਦੇ ਉੱਤੇ ਬੈਠੇ ਨੇ। ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਹੁਕਮ ਮੰਨਣਾ ਪਏਗਾ। ਇੱਕ ਸਿਆਸਤ ਹੈ, ਕਿਤੇ ਵੀ ਕੁਛ ਨਾ ਕੁਛ ਹੋ ਸਕਦਾ ਹੈ। ਵੀ ਜਦੋਂ ਯਾਦ ਕਰੋ 2017 ਦੇ ਦੌਰਾਨ ਜਦੋਂ ਚੋਣਾਂ ਹੋਣੀਆਂ ਸੀ ਤੇ ਇੱਕ ਵਾਰ ਇਹ ਵੀ ਜਿਹੜੀ ਗੱਲ ਅਫਵਾਹ ਉੱਡੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਆਪਣੀ ਵੱਖਰੀ ਪਾਰਟੀ ਬਣਾਉਣ ਜਾ ਰਹੇ ਨੇ। ਆਪਾਂ ਇਸ ਚੀਜ਼ ਨੂੰ ਕਿਸੇ ਸਿਆਸਤ ਦੇ ਵਿੱਚ ਕਿਸੇ ਚੀਜ਼ ਤੋਂ ਵੀ ਇਨਕਾਰ ਨਹੀਂ ਕਰ ਸਕਦੇ। ਇਸ ਨੂੰ ਆਪਾਂ ਇਸ ਨਜ਼ਰੀਏ ਨਾਲ ਦੇਖਣਾ ਪਏਗਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਕੱਦ ਵੱਡਾ ਕਰਕੇ ਵੱਡਾ ਕੋਈ ਅਹੁਦਾ ਲੈਣਾ ਤੇ ਉਹਦੇ ਲਈ ਉਹਨਾਂ ਨੂੰ ਹੇਠਲੇ ਪੱਧਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਆਪਣੇ ਨਾਲ ਜੋੜਨਾ ਪਏਗਾ। ਆਪਣਾ ਕੱਦ ਵੱਡਾ ਹੋਣਾ ਹੀ ਜਿਹੜਾ ਮੁੱਖ ਮੰਤਰੀ ਬਣਨ ਦਾ ਉਹਨਾਂ ਕੋਲੇ ਜਿਹੜੀ ਕੁਆਲੀਫਿਕੇਸ਼ਨ ਨਹੀਂ ਹੋਏਗੀ। ਉਹਨਾਂ ਲਈ ਉਹਨਾਂ ਨੂੰ ਆਪਣਾ ਇੱਕ ਗਰੁੱਪ ਜਿਹੜਾ ਵੱਖਰਾ ਖੜਾ ਕਰਨਾ ਪੈਂਦਾ। ਹਾਈ ਕਮਾਂਡ ਵੀ ਇਹੀ ਸਮਝਦੀ ਹੋਣੀ ਕਿਤੇ ਇਹ ਨਾ ਹੋਵੇ ਕਿ ਪਾਰਟੀ 'ਚ ਬਗਾਵਤ ਖੜੀ ਹੋ ਜਾਏ, ਕਿਤੇ ਇੱਕ ਧੜਾ ਕਹੇ ਕਿ ਅਸੀਂ ਕੈਪਟਨ ਸਾਹਿਬ ਦੇ ਨਾਲ ਆ ਤੇ ਕੋਈ ਗਿਣਤੀ ਦੇ ਜਿਹੜੇ ਨਵਜੋਤ ਸਿੱਧੂ ਦੇ ਨਾਲ ਆ ਜਾਣ। ਉਹਨਾਂ ਨੂੰ ਡਰ ਹੈ ਇਸ ਗੱਲ ਦਾ, ਕਿਉਂਕਿ ਬਣਾਉਣੀ ਤਾਂ ਸਰਕਾਰ ਹੈ ਨਾ। ਜੇ ਸਰਕਾਰ ਹੀ ਨਾ ਬਣੀ ਤੇ ਰੌਲੇ ਰੱਪੇ ਤੋਂ ਕੀ ਲੈਣਾ, ਕੁਰਸੀਆਂ ਤੋਂ ਕੀ ਲੈਣਾ। ਕੀ ਮੰਨਦੇ ਹੋ? ਹੁਣ ਮੇਰਾ ਆਖਰੀ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਕਿੱਥੇ ਫਿੱਟ ਬਹਿੰਦੇ ਨੇ ਸਿਆਸਤ ਦੇ ਵਿੱਚ? ਕੈਪਟਨ ਸਾਹਿਬ ਨਾਲ ਗੱਲਬਾਤ ਹੋਈ ਹੈ, ਕਹਿੰਦੇ ਕੁਝ ਅਹੁਦੇ ਮੰਤਰਾਲੇ ਉਹਨਾਂ ਨੂੰ ਦੇਣ ਦੀ ਪੇਸ਼ਕਸ਼ੀਆਂ ਕੀਤੀ ਗਈ ਹੈ, ਜਾਂ ਨਵਜੋਤ ਸਿੱਧੂ ਨੇ ਕਹਿ ਦਿੱਤਾ ਕਿ ਮੈਂ ਸੋਚ ਕੇ ਦੱਸਾਂਗਾ। ਜਦੋਂ ਸੋਚ ਕੇ ਦੱਸਣ ਦੀ ਗੱਲ ਕਹਿੰਦੇ ਨੇ, ਕੀ ਮੰਨੀਏ ਕਿ ਕੀ ਚੱਲਦਾ ਹੋਣਾ ਅੰਦਰ ਖਾਤੇ ਜਿਹਨੂੰ ਲੈ ਕੇ ਕੈਪਟਨ ਸਰਕਾਰ ਵੀ ਡਰੀ ਹੋਈ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਤਾਂ ਫੈਸਲਾ ਲੈ ਲੈਣਾ। ਉਹਨੇ ਤਾਂ ਅੱਜ ਨਹੀਂ ਤੇ ਕੱਲ ਉਹਨਾਂ ਨੇ ਫੈਸਲਾ ਕਲੀਅਰ ਕਰ ਦੇਣਾ ਕਿ ਮੈਂ ਕਿਹੜੇ ਪਾਸੇ ਜਾਣਾ, ਕਿਉਂਕਿ ਉਹ ਸਪਸ਼ਟ ਨੇ 2022 ਦੀ ਰਾਜਨੀਤੀ ਨੂੰ ਵੀ ਲੈ ਕੇ ਉਹਨਾਂ ਨੂੰ ਪਤਾ ਹੈ ਕਿ ਇਸ ਤੋਂ ਬਾਅਦ ਮੁੜ ਕੇ 5 ਸਾਲ ਬਾਅਦ ਗੱਲ ਹੋਣੀ ਹੈ। ਹੁਣ ਤਾਂ ਜੋ ਕੁਝ ਹੁਣ ਕਰ ਲਿਆ ਉਹੀ ਹੋਣਾ। ਦੇਖੋ, ਅਗਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਕਰੀਏ ਨਾ ਤਾਂ ਨਵਜੋਤ ਸਿੰਘ ਸਿੱਧੂ ਦੇ 2 ਪਾਰਟੀਆਂ ਪਹਿਲਾਂ ਉਹ ਬਦਲ ਚੁੱਕੇ ਨੇ। ਭਾਰਤੀ ਜਨਤਾ ਪਾਰਟੀ ਤੋਂ ਬਾਅਦ ਹੁਣ ਕਾਂਗਰਸ ਚ ਆ ਚੁੱਕੇ ਨੇ। ਜੇਕਰ ਹੁਣ ਉਹ ਕਿਸੇ ਸਮਝੌਤੇ ਤੇ ਨਹੀਂ ਪਹੁੰਚਦੇ ਤਾਂ ਇਹਦਾ ਮਤਲਬ ਹੈ ਉਹਨਾਂ ਨੂੰ ਪਾਰਟੀ ਛੱਡਣੀ ਪੈਣੀ ਹੈ। ਪਾਰਟੀ ਛੱਡ ਕੇ ਉਹ ਇੱਕ ਪਾਸੇ ਜਾਂ ਤਾਂ ਸਿਆਸਤ ਤੋਂ ਲਾਂਭੇ ਹੋਣਗੇ ਜਾਂ ਫਿਰ ਉਹ ਪਾਰਟੀ ਛੱਡਣਗੇ। ਤੇ ਜੇਕਰ ਉਹ ਪਾਰਟੀ ਛੱਡਦੇ ਨੇ ਤਾਂ ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਹਾਲਾਤ ਦੇ ਵਿੱਚ ਨੇ ਕਿ ਇੱਕ ਨਵੀਂ ਪਾਰਟੀ ਖੜੀ ਕਰਕੇ ਤੇ ਉਸ ਨੂੰ ਚੋਣਾਂ ਦੇ ਵਿੱਚ ਖੜਾ ਕਰਕੇ ਤੇ ਆਪਣੀ ਸਰਕਾਰ ਬਣਾ ਜਾਣ? ਸਭ ਤੋਂ ਵੱਡਾ ਸਵਾਲ। ਨੰਬਰ 2 ਦੇ ਉੱਤੇ ਸਵਾਲ ਕਿ ਕੀ ਉਹ ਇਸ ਹਾਲਤ 'ਚ ਨੇ ਕਿ ਉਹ ਜਿਹੜਾ ਆਪਣਾ ਇੱਕ ਵੱਡਾ ਲੈਵਲ ਦੇ ਉੱਤੇ ਗਰੁੱਪ ਖੜਾ ਕਰ ਲੈਣ ਤੇ ਉਹਨਾਂ ਦੇ ਨਾਲ ਗਰੁੱਪ ਖੜਾ ਕਰਨ ਹੋਣ ਤੋਂ ਬਾਅਦ ਜਿਹੜਾ ਉਹ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰ ਸਕਣ? ਜੇ ਇਹ ਦੋਨਾਂ ਚੀਜ਼ਾਂ ਨਹੀਂ ਹੈਗੀਆਂ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਸਮਝੌਤਾ ਕਰਨਾ ਪੈਣਾ। ਪਰ ਕੇਜਰੀਵਾਲ ਤੋਂ ਵੀ ਤਾਂ ਸਬਕ ਲੈਣਾ ਚਾਹੀਦਾ। ਕੇਜਰੀਵਾਲ ਸਾਹਿਬ ਨੇ ਵੀ ਤਾਂ ਆ ਕੇ ਕਿੱਥੋਂ ਨਾ ਕੋਈ ਪਾਰਟੀਆਂ ਨਾਲ ਰਿਲੇਸ਼ਨ, ਫਿਰ ਵੀ ਉਹਨਾਂ ਨੇ ਇੱਕ ਅੰਦੋਲਨ ਤੋਂ ਬਾਅਦ ਪਾਰਟੀ ਖੜੀ ਕੀਤੀ ਤੇ ਮੁੱਖ ਮੰਤਰੀ ਬਣ ਗਏ। ਚਾਹੁਣ ਤੇ ਵੀ ਕਰ ਸਕਦੇ ਨੇ ਇਹੋ ਜਿਹਾ ਕੁਝ। ਭੁੱਲੋ ਨਾ, ਕੇਜਰੀਵਾਲ ਜਿਹੜੇ ਬਣੇ ਸੀ ਉਹ ਇੱਕ ਵੱਡੇ ਅੰਦੋਲਨ ਤੋਂ ਬਾਅਦ ਬਣੇ ਸੀ। ਉਸ ਵੇਲੇ ਪੂਰਾ ਹਿੰਦੁਸਤਾਨ ਜਿਹੜਾ ਸੀ ਉਸ ਅੰਦੋਲਨ ਦੇ ਵਿੱਚ ਜਿਹੜਾ ਸੀ ਉਹ ਮਗਨ ਸੀ। ਇੱਕ ਜੋਸ਼ ਸੀ ਕਿ ਅਸੀਂ ਜਿਹੜਾ ਲੋਕਪਾਲ ਦਾ ਜਿਹੜਾ ਉਹ ਬਣਾਉਣਾ। ਫਿਰ ਇਹ ਕਹਿ ਲਈਏ ਕਿ ਮੌਕਾ ਗਵਾ ਰਹੇ ਨੇ ਨਵਜੋਤ ਸਿੰਘ ਸਿੱਧੂ। ਹੁਣ ਕਿਸਾਨ ਅੰਦੋਲਨ ਸੀ, ਜੇ ਮੌਕਾ ਸਾਂਭਿਆ ਹੁੰਦਾ, ਸਾਰੀ ਸਟੇਜ ਸਾਂਭੀ ਹੁੰਦੀ। ਦੇਖੋ, ਸਟੇਜ ਸਾਂਭੀ ਹੁੰਦੀ, ਸਟੇਜ ਦੇ ਉੱਤੇ ਉਹਨਾਂ ਨੇ ਬੋਲਣ ਦੀ ਕੋਸ਼ਿਸ਼ ਕੀਤੀ। ਮੋਗਾ ਰੈਲੀ ਨੂੰ ਯਾਦ ਕਰੋ ਤੁਸੀਂ, ਜਦੋਂ ਉਹਨਾਂ ਨੇ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ, ਪਿੱਛੋਂ ਸੁਖਜਿੰਦਰ ਰੰਧਾਵਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਯਾਰ ਅੱਜ ਮੈਨੂੰ ਬੋਲਣ ਲੈਣ ਦੇ, ਰੋਕਣਾ ਅੱਜ ਮੈਨੂੰ। ਪਹਿਲਾਂ ਬਹੁਤ ਸਾਰ ਬਿਠਾਤਾ ਮੈਨੂੰ। ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਮੈਂ ਕਿਸੇ ਤਰੀਕੇ ਜਿਹੜਾ ਜਨਤਾ ਤੱਕ ਆਪਣੀ ਆਵਾਜ਼ ਪਹੁੰਚਾਵਾਂ। ਇੱਕ ਸਟੇਜ ਮਿਲੀ ਸੀ, ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਸਟੇਜ ਨਹੀਂ ਦਿੱਤੀ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਸਾਡੇ ਲਈ ਖਤਰਾ ਖੜਾ ਹੋ ਜਾਣਾ। ਕਿਉਂਕਿ ਉਹਨਾਂ ਨੇ ਉੱਥੇ ਉਹ ਮੁੱਦਾ ਚੱਕਿਆ ਜਿਹੜਾ ਕਿ ਕਿਸਾਨਾਂ ਦੇ ਹਿੱਤ ਦਾ ਸੀਗਾ। ਤੇ ਜਦੋਂ ਦੂਜਾ ਜਿਹੜਾ ਸੀਗਾ ਉਹ ਜੋਸ਼ ਨਾਲ ਭਰਪੂਰ ਲੋਕਾਂ ਨੂੰ ਪਸੰਦ ਹੋਣ ਵਾਲੀ ਚੀਜ਼ ਸੀਗੀ। ਕਿਸਾਨਾਂ ਦੇ ਹਿੱਤ ਦਾ ਇਹ ਸੀਗਾ ਕਿ ਉਹ MSP ਦੀ ਗੱਲ ਕਰ ਰਹੇ ਸੀ। ਉਹ ਇਸ ਤਰ੍ਹਾਂ ਦੀ ਗੱਲ ਕਰ ਰਹੇ ਸੀ ਵੀ ਜੇਕਰ ਆਪਾਂ ਬਾਹਰੋਂ ਖਰੀਦ ਕੇ ਲਿਆ ਸਕਦੇ ਹਾਂ ਤੇ ਆਪਣੇ ਕਿਸਾਨਾਂ ਨੂੰ ਕਿਉਂ ਨਹੀਂ ਦੇ ਸਕਦੇ ਆਪਾਂ। ਉਹ ਚੀਜ਼ ਜਿਹੜੀ ਸੀ ਉਹ ਆਪਣੀ ਸਰਕਾਰ ਦੇ ਖਿਲਾਫ ਜਾਂਦੀ ਸੀ। ਗੱਲ ਹੈਗੀ ਹੈ ਕਿ ਸਰਕਾਰ ਦੇ ਖਿਲਾਫ ਜਾਂਦੀ ਹੈ ਜਾਂ ਨਹੀਂ ਜਾਂਦੀ, ਗੱਲ ਹੈਗੀ ਹੈ ਜਨਤਾ ਦੇ ਹਿੱਤਾਂ ਦੇ ਕਿੰਨਾ ਨਹੀਂ ਜਾਂਦੀ ਹੈ। ਜਨਤਾ ਦੇ ਹਿੱਤਾਂ ਦੇ ਵਿੱਚ ਜਿਹੜੀ ਗੱਲ ਜਾ ਰਹੀ ਸੀ ਪਰ ਉਸ ਵੇਲੇ ਸਿਆਸਤ ਨੇ ਉਹਨਾਂ ਨੂੰ ਲਾਂਭੇ ਕਰਤਾ। ਉਸ ਤੋਂ ਬਾਅਦ ਅੱਜ ਹਾਲਾਤ ਇਹ ਨੇ ਕਿ ਮਾਫ ਕਰਨਾ ਜੇ ਮੈਂ ਇੱਕ ਗੱਲ, ਵੱਡੀ ਗੱਲ ਹੈ, ਜਿਸ ਤਰ੍ਹਾਂ ਦੀ ਗੱਲ ਲੋਕਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ, ਜਿਸ ਤਰ੍ਹਾਂ ਦੀ ਖੁੰਡ ਚਰਚਾਵਾਂ ਹੋ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਨਾਲ ਉਸ ਸ਼ਰਾਰਤੀ ਬੱਚੇ ਵਾਂਗ ਹੋ ਰਹੀ ਹੈ ਜਿਹੜਾ ਕਲਾਸ 'ਚ ਸ਼ਰਾਰਤ ਕਰਦਾ ਤੇ ਉਸ ਨੂੰ ਬਾਹਰ ਖੜਾ ਦਿੱਤਾ ਜਾਂਦਾ
ਤੇ ਜਦੋਂ ਸਜ਼ਾ ਪੂਰੀ ਹੋ ਜਾਂਦੀ ਹੈ ਤੇ ਉਸ ਨੂੰ ਕਹਿ ਦਿੱਤਾ ਜਾਂਦਾ ਵੀ ਅੰਦਰ ਆ ਕੇ ਬੈਠ ਜਾ। ਇਸ ਵੇਲੇ ਨਵਜੋਤ ਸਿੰਘ ਸਿੱਧੂ ਨਾਲ ਵੀ ਉਹੀ ਕੁਝ ਹੋ ਰਿਹਾ ਕਿ ਉਹਨਾਂ ਨੂੰ ਜਦੋਂ ਤਾਂ ਉਹਨਾਂ ਨੂੰ ਲੱਗਿਆ, ਬਠਿੰਡਾ ਰੈਲੀ ਦੇ ਵਿੱਚ ਉਹਨਾਂ ਨੇ ਬੋਲਿਆ ਕਿ ਜਿਹੜਾ 75-25 ਵਾਲਾ ਬਿਆਨ ਜਦੋਂ ਦਿੱਤਾ ਸੀ ਉਹਨਾਂ ਨੇ, ਉਦੋਂ ਉਹਨਾਂ ਨੇ ਬੋਲਿਆ ਤੇ ਉਹਨਾਂ ਨੂੰ ਜਿਹੜਾ ਉਹ ਸਜ਼ਾ ਦੇ ਤੌਰ ਤੇ ਕਲਾਸ ਚੋਂ ਬਾਹਰ ਕੱਢ ਦਿੱਤਾ ਗਿਆ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹੁਣ ਜਦੋਂ 2022 ਦੀਆਂ ਚੋਣਾਂ ਆ ਰਹੀਆਂ ਨੇ, ਸਿਆਸਤ ਨੂੰ ਫਾਇਦਾ ਹੋਣ ਜਾ ਰਿਹਾ ਹੈ, ਨੁਕਸਾਨ ਹੋਣ ਜਾ ਰਿਹਾ, ਤੇ ਉਸ ਵੇਲੇ ਜਿਹੜਾ ਉਹ ਉਹਨਾਂ ਨੂੰ ਕਹਿ ਦਿੱਤਾ ਵੀ ਭਾਈ ਸਾਹਿਬ ਤੁਸੀਂ ਕਲਾਸ ਚ ਅੰਦਰ ਆ ਜਾਓ, ਆ ਕੇ ਬੈਠ ਕੇ ਕਲਾਸ ਅਟੈਂਡ ਕਰੋ। ਸੋ ਇੱਕ ਨਵਜੋਤ ਸਿੰਘ ਸਿੱਧੂ ਵੀ ਇਸ ਚੀਜ਼ ਨੂੰ ਸਮਝਦੇ ਨੇ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਨੇ ਟਵੀਟ ਕੀਤੇ ਨੇ ਜਿਹੜੇ, ਉਹਦਾ ਮਤਲਬ ਵੀ ਇਹ ਨਿਕਲਦਾ ਵੀ ਝੁਕਣਾ ਨਹੀਂ ਹੈਗਾ, ਵੱਡਿਆਂ ਦਾ ਸਤਿਕਾਰ ਵੀ ਕਰਨਾ ਤੇ ਆਪਣਾ ਉਹ ਕੰਮ ਕਰਨਾ ਜਿਹਦੇ ਨਾਲ ਜਿਹੜਾ ਉਹ ਇਮੇਜ ਬਣੀ ਰਹੇ, ਵਿਸ਼ਵਾਸ ਬਣਿਆ ਰਹੇ ਲੋਕਾਂ ਦਾ ਸਾਡੇ ਤੇ। ਵੱਡੀ ਗੱਲ ਕਹਿ ਕੇ ਗਏ ਨੇ, ਮਤਲਬ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਲੋਕਾਂ ਨੂੰ, ਇਹਦੇ ਵਿੱਚੋਂ ਕੀ ਨਿਕਲ ਕੇ ਆ ਰਿਹਾ ਸਾਹਮਣੇ। ਮੈਨੂੰ ਨਹੀਂ ਲੱਗਦਾ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਉਹਦੇ ਦੇ ਉੱਤੇ ਮੰਨਣਗੇ। ਜੇ ਮੰਨਣਗੇ ਤਾਂ ਫਿਰ ਉਹਨਾਂ ਦੇ ਉੱਤੇ ਵੱਡੇ ਸਵਾਲ ਖੜੇ ਹੋ ਜਾਣੇ ਨੇ। ਸ਼ੁਕਰੀਆ, ਧੰਨਵਾਦ। ਸੋ ਨਵਜੋਤ ਸਿੰਘ ਸਿੱਧੂ ਆਪਣੇ ਭਵਿੱਖ ਨੂੰ ਲੈ ਕੇ ਕੀ ਫੈਸਲਾ ਕਰਦੇ ਨੇ ਉਹਦੇ ਉੱਤੇ ਨਜ਼ਰ ਰਹੇਗੀ, ਪਰ ਜਿਸ ਢੰਗ ਦੇ ਨਾਲ ਅਸੀਂ ਵਿਸ਼ਲੇਸ਼ਣ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਧੂ ਸਾਹਿਬ ਸ਼ੁਰੂ ਕਿੱਥੋਂ ਹੋਏ ਸੀ ਤੇ ਅੱਜ ਕੱਲ੍ਹ ਸਿੱਧੂ ਸਾਹਿਬ ਕਿਸ ਲੈਵਲ ਦੇ ਉੱਤੇ ਘੁੰਮ ਰਹੇ ਨੇ। ਅਗਲੇ ਸਮੇਂ ਦੇ ਵਿੱਚ 2022 ਚੋਣਾਂ ਤੋਂ ਪਹਿਲਾਂ ਕੋਈ ਨਾ ਕੋਈ ਵੱਡਾ ਕਹਿ ਸਕਦੇ ਹਾਂ ਕਿ ਸਿਆਸੀ ਧਮਾਕਾ ਹੋ ਸਕਦਾ। ਨਵਜੋਤ ਸਿੰਘ ਸਿੱਧੂ, ਜਦੋਂ ਲੋਕ ਇਹ ਗੱਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਆਪਣੀ ਜ਼ਮੀਰ ਦੀ ਆਵਾਜ਼ ਸੁਣਨ, ਜਿਹੜੀ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੀਆਂ ਉਹ ਇੱਛਾਵਾਂ ਪੂਰੀਆਂ ਹੋਣਗੀਆਂ ਜੋ ਪੰਜਾਬ ਦੇ ਭਲੇ ਦੀ ਜਾਂ ਜਿੱਤੇਗਾ ਪੰਜਾਬ ਦੀ ਗੱਲ ਕਰਦੇ ਨੇ, ਕਿ ਉਹਨਾਂ ਸੁਪਨਿਆਂ ਨੂੰ ਸਾਕਾਰ ਕੀਤਾ ਜਾਏਗਾ ਪਾਰਟੀ ਦੇ ਵਿੱਚ। ਪਾਰਟੀ ਮੰਨੇਗੀ ਕਿ ਨਹੀਂ ਮੰਨੇਗੀ, ਇਹਦੇ ਉੱਤੇ ਨਜ਼ਰ ਰਹੇਗੀ। ਮੈਨੂੰ ਇਜਾਜ਼ਤ ਦਿਓ, ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਏ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।